भी अपनी लाइफ 'ਚ कई ड्रग तस्कर पकड़े होणगे, कई बार तुसी रिमांड ਤਾਂ ਹਮੇਸ਼ਾ ਬੇਸਿਕ ਜੀ ਚੀਜ਼ ਹੁੰਦੀ ਹੈ, ਲਿਆ ਜਾਂਦਾ ਹੈ। ਜੀਟੀਆ ਜੁਡੀਸ਼ੀਅਲ ਉਹਨਾਂ ਦੀ ਇਨਕਰੀਜ਼ ਹੋ ਰਹੀ ਹੈ ਡੇ ਬਾਏ ਡੇ, 14 ਦਿਨਾਂ ਬਾਅਦ ਰਿਮਾਂਡ ਨਹੀਂ ਹੋ ਰਿਹਾ। ਇਸ 'ਚ ਵੀ ਕੋਈ ਪਲੈਨਿੰਗ ਹੈ? ਦੇਖੋ ਭਾਈ ਸਾਹਿਬ, ਗੱਲ ਇਹ ਹੈ ਕਿ ਇਹ ਹਰ ਚੀਜ਼ ਪਲੈਨਿੰਗ ਦੇ ਮੁਤਾਬਕ ਹੀ ਹੁੰਦੀ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਜਦੋਂ ਮਜੀਠੀਆ ਸਾਹਿਬ ਨੇ ਸਰੈਂਡਰ ਕੀਤਾ ਸੀਗਾ ਤੇ ਉਦੋਂ ਹਾਲਾਤ ਹੋਰ ਸੀਗੇ। ਸੋ ਜੋ ਇਹ ਜਿਹੇ ਜਦੋਂ ਮਤਲਬ ਐਡੇ ਵੱਡੇ ਸੰਗੀਨ ਸਬੂਤਾਂ ਦੇ ਜੁਰਮ ਦੇ ਖਿਲਾਫ ਸਬੂਤਾਂ ਦੇ ਨਾਲ ਫਾਈਲ ਦੇ ਵਿੱਚ ਰਿਕਾਰਡ ਹੋਵੇ ਤੇ ਉਹਦੇ ਵਿੱਚ ਵੀ ਮਤਲਬ ਜੇ ਕੋਈ ਸਿੱਟ ਰਿਮਾਂਡ ਨਹੀਂ ਲੈਂਦੀ ਤੇ ਜੇ ਰਿਮਾਂਡ ਲਿਆ ਵੀ ਲਿਆ ਜਾਂਦਾ 2 ਦਿਨ ਦਾ 4 ਦਿਨ ਦਾ ਕਾਈ ਬਾਸ਼ ਹੁੰਦਾ ਕੀ ਫਰਕ ਪੈਣਾ ਸੀ? ਰਿਮਾਂਡਾਂ ਦੇ ਵਿੱਚ ਵੀ ਤਾਂ ਉਹੀ ਸੇਵਾ ਹੁੰਦੀ ਹੈ, ਸਭ ਕੁਝ ਉਹੀ ਹੁੰਦਾ। ਨਹੀਂ ਮੈਂ ਕਿਉਂਕਿ ਕੋਈ ਕਰਪਸ਼ਨ ਲੱਗਦੀ ਹੈ ਇਹਦੇ ਵਿੱਚ? ਕਿਉਂ ਨਹੀਂ ਹੋਊਗੀ? ਮੈਂ ਕਹਿੰਦਾ ਕਿਉਂ ਨਹੀਂ ਹੋਊਗੀ। ਮੈਂ ਵੀ ਪੁਲਿਸ ਦੇ ਗਲੈਰਾਂ ਵਿੱਚ ਲੰਬਾ ਸਮਾਂ ਕੰਮ ਕੀਤਾ, ਬੜੀਆਂ ਵੱਡੀਆਂ ਜਿਹੜੀਆਂ ਹੈਗੀਆਂ ਗੱਲਾਂ ਵੀ ਸੁਣੀਆਂ ਹੋਈਆਂ, ਕੁਛ ਲੋਕਾਂ ਨਾਲ ਵਿਚਰਿਆ ਵੀ ਹੋਇਆ, ਬੜੇ ਵੱਡੇ ਲੈਣ ਦੇਣ ਦੀਆਂ ਗੱਲਾਂ ਵੀ ਆਈਆਂ ਸਾਹਮਣੇ। ਠੀਕ ਹੈ, ਗੱਲ ਬੜੀ ਉੱਡ ਰਹੀ ਹੈ, ਇੱਕ ਰਿਊਮਰ ਬੜਾ ਉੱਡ ਰਿਹਾ ਕਿ 100 ਕਰੋੜ ਰੁਪਇਆ ਟੌਪ ਆਫ ਦਾ ਬਿਊਰੋਕਰੇਟ ਜਿਹੜਾ ਪੰਜਾਬ ਪੁਲਿਸ ਦਾ, ਸਿੱਧੇ ਸ਼ਬਦਾਂ 'ਚ ਗੱਲ ਪੁੱਛਦਾ, ਉਹਨੇ ਇਸ ਚੀਜ਼ ਦਾ ਉਹਨਾਂ ਨੂੰ ਕਿਹਾ ਕਿ ਤੁਸੀਂ ਰਿਮਾਂਡ ਨਹੀਂ ਲੈਣਾ ਮਜੀਠੀਆ ਦਾ, ਕਿੰਨੀ ਕੁ ਸੱਚਾਈ ਹੈ ਇਹਦੇ? ਮੈਂ ਤੁਹਾਡੀ ਗੱਲ ਦੀ ਤਇਦ ਕਰਦਾ ਕਿ ਇਹ ਗੱਲ ਜਿਹੜੀ ਹੈਗੀ ਇੱਟ ਜਿਹੜੀ ਹੈਗੀ ਹੈ ਸੁੱਕੀ ਨਹੀਂ ਹੈਗੀ, ਬਿਲਕੁਲ ਗਿੱਲੀ ਹੈਗੀ ਹੈ। ਮੰਨਦੇ ਹੋ ਇਹੀ ਵਜ੍ਹਾ ਸੀ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਜੱਜ ਸਿਕਿਉਰਿਟੀ ਦੇ ਦਿੱਤੀ ਗਈ ਮਜੀਠੀਆ ਨੂੰ? ਵਜ੍ਹਾ ਇਹੀ ਰਹੀ ਹੋਊਗੀ, ਹੋਰ ਕੋਈ ਵਜ੍ਹਾ ਤੀਜੀ ਹੋ ਹੀ ਨਹੀਂ ਸਕਦੀ। ਇੱਥੇ ਕੋਈ ਰਿਸ਼ਤੇਦਾਰ ਲੱਗਦਾ ਕਿਸੇ ਦਾ? ਇਸ ਦੇ ਬਾਵਜੂਦ ਮਜੀਠੀਆ ਦਾ ਕਹਿਣਾ ਮੈਨੂੰ ਜੇਲ੍ਹ 'ਚ ਗੈਂਗਸਟਰਾਂ ਤੋਂ ਖਤਰਾ ਹੈਗਾ। ਉਹ ਡਿਫਰੈਂਟ ਚੀਜ਼ ਚੱਲ ਰਹੀ ਹੈ। ਕਿ ਉਹ ਡਰਾਮਾ ਕਹਿ ਸਕਦੇ? ਨਹੀਂ, ਉਹ ਡਰਾਮਾ ਨਹੀਂ ਹੈਗਾ। ਅਧਿਕਾਰੀ ਵੱਲ ਇਸ਼ਾਰਾ ਹੋ ਰਿਹਾ ਨਿਸ਼ਾ 100 ਕਰੋੜ ਲਿਆ ਹੋਏਗਾ, ਮਜੀਠੀਆ ਰਿਮਾਂਡ ਨਾ ਦੇਣ ਆ ਜਾਂਦੇ ਆ, ਤੁਸੀਂ ਕੁਝ ਉਹਨੂੰ ਪਬਲਿਕ ਪਲੇਟਫਾਰਮ ਤੇ ਲੈ ਕੇ ਆਓਗੇ? ਮੇਰਾ ਤਾਂ ਧੰਦਾ ਹੀ ਹੈ, ਹੋਰ ਤਾਂ ਕੰਮ ਹੀ ਕੋਈ ਨਹੀਂ ਹੈਗਾ। ਸਤਿ ਸ਼੍ਰੀ ਅਕਾਲ, ਸਕਰੋਲ ਪੰਜਾਬ ਦੇ ਕੇ ਦਰਸ਼ਕਾਂ ਸਵਾਗਤ ਹੈ। ਪੰਜਾਬ ਦੇ ਇੱਕ ਸਾਬਕਾ ਕੈਬਨਿਟ ਵਜ਼ੀਰ ਬੀਤੇ ਕੁਝ ਸਮੇਂ ਤੋਂ ਜੇਲ੍ਹ 'ਚ ਨੇ। ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਚੱਲ ਰਹੇ ਨੇ। ਬਹੁਤ ਸੰਗੀਨ ਉਹਨਾਂ ਦੇ ਦੋਸ਼ ਲੱਗੇ ਹੋਏ ਨੇ, ਕਰੋੜਾਂ ਦੀ ਆਪਾਂ ਕਹੀਏ ਕਈ ਹਜ਼ਾਰ ਕਰੋੜਾਂ ਦੀ ਡਰੱਗ ਤਸਕਰੀ ਦੇ ਉਹਨਾਂ 'ਤੇ ਦੋਸ਼ ਹੈਗੇ ਨੇ। ਇਸ ਕਰਕੇ ਉਹਨਾਂ ਦੇ ਹਾਲ ਹੀ ਦੇ ਵਿੱਚ ਜਿਹੜਾ ਹੈਗਾ ਇੱਕ ਕਾਰਵਾਈ ਸ਼ੁਰੂ ਹੋਈ ਹੈ, ਪਰ ਉਹਨਾਂ ਨੂੰ ਇੱਕ ਵਾਰ ਵੀ ਪੁਲਿਸ ਰਿਮਾਂਡ 'ਤੇ ਲੈ ਕੇ ਕੁਝ ਪੁੱਛਿਆ ਨਹੀਂ ਗਿਆ। ਉਹਨਾਂ ਦਾ ਪੁਲਿਸ ਰਿਮਾਂਡ ਕਿਉਂ ਨਹੀਂ ਲਿਆ ਜਾ ਰਿਹਾ, ਇਸ ਦੇ ਪਿੱਛੇ ਵੀ ਸ਼ਾਇਦ ਕੋਈ ਬਹੁਤ ਵੱਡਾ ਮਸਲਾ ਹੈਗਾ। ਸਾਡੇ ਨਾਲ ਪੰਜਾਬ ਪੁਲਿਸ ਦੇ ਹੀ ਸਾਬਕਾ ਡਿਪਟੀ ਐਸਪੀ ਬਲਵਿੰਦਰ ਸੇਖੋਂ ਮੌਜੂਦ ਨੇ। ਸੇਖੋਂ ਸਾਹਿਬ, ਤੁਸੀਂ ਵੀ ਆਪਣੀ ਲਾਈਫ 'ਚ ਕਈ ਡਰੱਗ ਤਸਕਰ ਪਕੜੇ ਹੋਣਗੇ, ਕਈ ਵਾਰ ਤੁਸੀਂ ਰਿਮਾਂਡ ਤਾਂ ਹਮੇਸ਼ਾ ਬੇਸਿਕ ਜੀ ਚੀਜ਼ ਹੁੰਦੀ ਹੈ, ਲਿਆ ਜਾਂਦਾ ਹੈ। ਮਜੀਠੀਆ ਜੁਡੀਸ਼ੀਅਲ ਉਹਨਾਂ ਦੀ ਇਨਕਰੀਜ਼ ਹੋ ਰਹੀ ਹੈ ਡੇ ਬਾਏ ਡੇ, 14 ਦਿਨਾਂ ਬਾਅਦ ਰਿਮਾਂਡ ਨਹੀਂ ਹੋ ਰਿਹਾ। ਇਸ 'ਚ ਵੀ ਕੋਈ ਪਲੈਨਿੰਗ ਹੈ? ਦੇਖੋ ਭਾਈ ਸਾਹਿਬ, ਗੱਲ ਇਹ ਹੈ ਕਿ ਇਹ ਹਰ ਚੀਜ਼ ਪਲੈਨਿੰਗ ਦੇ ਮੁਤਾਬਕ ਹੀ ਹੁੰਦੀ ਹੈ, ਇਹ 'ਚ ਤਾਂ ਕੋਈ ਸ਼ੱਕ ਨਹੀਂ ਹੈਗਾ। ਜਦੋਂ ਮਜੀਠੀਆ ਸਾਹਿਬ ਨੇ ਸਰੈਂਡਰ ਕੀਤਾ ਸੀਗਾ ਤੇ ਉਦੋਂ ਹਾਲਾਤ ਹੋਰ ਸੀਗੇ, ਉਦੋਂ ਸਰਕਾਰ ਇਹ ਨਵੀਂ ਬਣੀ ਨਹੀਂ ਸੀ। ਜਿਹੜੇ ਰਿਜ਼ਲਟ ਆਏ ਹੈਗੇ ਆ ਉਹਨਾਂ ਬਾਰੇ ਕਿਸੇ ਨੂੰ ਕੋਈ ਕਿਆਸ ਰਾਈਆਂ ਜਾਂ ਅਨੁਮਾਨ ਨਹੀਂ ਸੀਗੇ। ਜੇ ਅਮੈਂਡਡ ਜਿਹੜਾ ਬੜਾ ਡਿਫਰੈਂਟ ਆਇਆ ਤਾਂ ਹੋ ਸਕਦਾ ਜੇ ਇਹ ਚੀਜ਼ਾਂ ਨਾ ਹੁੰਦੀਆਂ ਤਾਂ ਕਾਨੂੰਨ ਤਾਂ ਸਭ ਦੀ ਜੇਬਾਂ 'ਚ ਹੀ ਪਾਇਆ ਹੋਇਆ, ਕੋਈ ਸਰੈਂਡਰ ਨਾ ਵੀ ਕਰ ਦਿੱਤਾ ਇਹਨਾਂ ਨੂੰ ਕੀ ਫਰਕ ਪੈਣਾ ਸੀਗਾ। ਤਾਂ ਹਾਲਾਤ ਚੇਂਜ ਹੋਏ ਵੇ ਆ, ਤਾਂ ਹੋ ਸਕਦਾ ਉਹ ਸਰੈਂਡਰ ਜਿਹੜਾ ਕਿ ਹੋ ਸਕਦਾ ਪਹਿਲਾਂ ਜਿਹੜੀ ਗੱਲਬਾਤ ਹੋ ਕੇ ਹੋਇਆ ਹੋਵੇ ਕਿ 10-20 ਦਿਨ ਦੀ ਯਾਤਰਾ ਹੈਗੀ ਹੈ ਤਾਂ ਚਲੋ ਕੱਢ ਕੇ ਸੁਰਖਰੂ ਹੋ ਕੇ ਬਾਹਰ ਆ ਜਾਵਾਂਗੇ। ਹਾਲਾਤ ਚੇਂਜ ਹੋਣ ਕਰਕੇ ਦਿੱਕਤਾਂ ਹੋ ਗਈਆਂ। ਤੁਸੀਂ ਰਿਮਾਂਡ ਦੀ ਜਿਹੜੀ ਗੱਲ ਕਰਦੇ ਹੋ ਬਿਲਕੁਲ ਠੀਕ ਗੱਲ ਹੈ ਕਿ ਇੱਕ ਜਸਟਿਸ ਅਜੀਤ ਸਿੰਘ ਦੀ ਰਿਪੋਰਟ ਜਿਹੜੀ ਹੈਗੀ ਆ ਉਹ ਹੁਣ ਔਨ ਰਿਕਾਰਡ ਹੈ। ਉਹਦੇ ਵਿੱਚ ਉਹ 6000 ਕਰੋੜ ਦੀ ਫਿਗਰ ਤੋਂ ਉਹਨਾਂ ਨੇ ਆਪਣੀ ਬਣਾਈ ਸੀ, ਹੁਣ ਤਾਂ 6 ਲੱਖਾਂ ਕਰੋੜਾਂ ਦੀਆਂ ਫਿਗਰਾਂ ਬਣ ਗਈਆਂ, ਬਹੁਤ ਵੱਡੇ ਕੰਮ ਹੋ ਗਏ। ਪਰ ਉਸ ਤੋਂ ਬਾਅਦ ਚੀਫ ਜਸਟਿਸ ਨੂੰ ਰਿਪੋਰਟ ਗਈ ਹੋਈ ਹੈ, ਉਹ ਹੁਣ ਤੱਕ ਦੱਪੀ ਹੋਈ ਸੀ, ਪਰ ਹੁਣ ਮਤਲਬ ਕੁਛ 2-3 ਮਹੀਨੇ ਪਹਿਲਾਂ ਜਿਹੜੀ ਹੈਗੀ ਔਨ ਰਿਕਾਰਡ ਹੈ ਕਿ ਤੇ ਹੁਣ ਘੱਟੋ ਘੱਟ ਜਦੋਂ ਇਹ ਫਾਈਲ ਹੈਗੀ ਇਹਦਾ ਪਾਰਟ ਹੈਗਾ ਮੇਰੀ ਜਾਣਕਾਰੀ ਮੁਤਾਬਕ। ਤੋ ਸੋ ਜੋ ਇਹ ਜਿਹੇ ਜਦੋਂ ਮਤਲਬ ਐਡੇ ਵੱਡੇ ਸੰਗੀਨ ਸਬੂਤਾਂ ਦੇ ਜੁਰਮ ਦੇ ਖਿਲਾਫ ਸਬੂਤਾਂ ਦੇ ਨਾਲ ਫਾਈਲ ਦੇ ਵਿੱਚ ਰਿਕਾਰਡ ਹੋਵੇ ਤੇ ਉਹਦੇ ਵਿੱਚ ਵੀ ਮਤਲਬ ਜੇ ਕੋਈ ਸਿੱਟ ਰਿਮਾਂਡ ਨਹੀਂ ਲੈਂਦੀ ਤੇ ਉਹ ਦਿਨ ਵੀ ਕਿਹੜੇ ਸੀਗੇ ਜਦੋਂ ਅਜੇ ਸਰਕਾਰ ਬਣੀ ਨਹੀਂ ਸੀ, ਇਲੈਕਸ਼ਨ ਕਮਿਸ਼ਨ ਦਾ ਰਾਜ ਸੀਗਾ, ਤਾਂ ਉਦੋਂ ਤਾਂ ਫਿਰ ਪੁਲਿਸ ਹੀ ਸੀ ਨਾ। ਤਾਂ ਪੁਲਿਸ ਦੇ ਵਿੱਚ ਉਦੋਂ ਇਲੈਕਸ਼ਨ ਕਮਿਸ਼ਨ ਦੇ ਥਰੂ ਜਿਹੜੇ DGP ਸਾਹਿਬ ਲੱਗੇ, ਜਿਹੜੇ ਅੱਜ ਵੀ ਲੱਗੇ ਹੋਏ ਭਾਵਰਾ ਸਾਹਿਬ, ਤਾਂ ਉਸ ਕਰਕੇ ਉਹ ਇੱਕ ਤਾਂ ਜਿਹੜਾ ਐਕਟ ਹੈ ਉਸ ਪਾਸੇ ਇਸ਼ਾਰਾ ਕਰਦਾ ਕਿ ਜੇ ਉਹ ਰਿਮਾਂਡ ਨਹੀਂ ਲਿਆ ਗਿਆ, ਇੱਕ ਐਡਾ ਵੱਡਾ ਮਤਲਬ ਸਟੈਪ ਲਿਆ ਪੁਲਿਸ ਨੇ ਕਿ ਐਡੇ ਵੱਡੇ 'ਚ ਲੈ ਲੈਂਦੇ ਰਿਮਾਂਡ 'ਚ ਕੀ ਕਰਦੇ ਅੱਗੇ? ਜੇ ਰਿਮਾਂਡ ਲਿਆ ਵੀ ਲਿਆ ਜਾਂਦਾ 2 ਦਿਨ ਦਾ 4 ਦਿਨ ਦਾ ਕਾਈ ਵਾਸ਼ ਹੁੰਦਾ ਤਾਂ ਕੀ ਫਰਕ ਪੈਣਾ ਸੀਗਾ? ਰਿਮਾਂਡਾਂ ਦੇ ਵਿੱਚ ਵੀ ਤਾਂ ਉਹੀ ਸੇਵਾ ਹੁੰਦੀ ਹੈ, ਸਭ ਕੁਝ ਉਹੀ ਹੁੰਦਾ। ਰਿਮਾਂਡ ਤਾਂ ਮਾੜੇ ਲੋਕਾਂ ਵਾਸਤੇ, ਗਰੀਬ ਵਾਸਤੇ ਰਿਮਾਂਡ ਹੈ, ਅਮੀਰ ਵਾਸਤੇ ਕਾਹਦਾ ਰਿਮਾਂਡ ਹੈਗਾ? ਤਾਂ ਉਹ ਵੀ ਨਾ ਲਿਆ ਜਾਣਾ ਜਿਹੜਾ ਹੈਗਾ ਉਹ ਤਾਂ ਹਰ ਇੱਕ ਦੀਆਂ ਮਤਲਬ ਜਿਹੜੇ ਹੈਗਾ ਉਹ ਅੱਖਾਂ ਤੇ ਖੋਲ੍ਹਦਾ ਹੈ ਤੇ ਮਤਲਬ ਅੰਤਰਾਤਮਾ ਦੇ ਵਿੱਚ ਆਵਾਜ਼ ਜਾਂਦੀ ਹੈ ਵੀ ਐਡੀ ਵੱਡੀ ਜਿਹੜੀ ਹੈਗੀ ਹੈ ਇਹ ਗੱਲ ਕਿਵੇਂ ਹੋਈ। ਮੈਂ ਕਿਉਂਕਿ ਕੋਈ ਕਰਪਸ਼ਨ ਲੱਗਦੀ ਹੈ ਇਹਦੇ ਵਿੱਚ? ਕਿਉਂ ਨਹੀਂ ਹੋਊਗੀ? ਮੈਂ ਕਹਿੰਦਾ ਕਿਉਂ ਨਹੀਂ ਹੋਊਗੀ। ਮੈਂ ਵੀ ਪੁਲਿਸ ਦੇ ਗਲੈਰਾਂ ਵਿੱਚ ਲੰਬਾ ਸਮਾਂ ਕੰਮ ਕੀਤਾ, ਬੜੀਆਂ ਵੱਡੀਆਂ ਜਿਹੜੀਆਂ ਹੈਗੀਆਂ ਗੱਲਾਂ ਵੀ ਸੁਣੀਆਂ ਹੋਈਆਂ, ਕੁਛ ਲੋਕਾਂ ਨਾਲ ਵਿਚਰਿਆ ਵੀ ਹੋਇਆ, ਬੜੇ ਵੱਡੇ ਲੈਣ ਦੇਣ ਦੀਆਂ ਗੱਲਾਂ ਵੀ ਆਈਆਂ ਸਾਹਮਣੇ। ਠੀਕ ਹੈ, ਤਾਂ ਕਈ ਵਾਰੀ ਫਿਗਰਾਂ ਜਿਹੜੀਆਂ ਹੁੰਦੀਆਂ ਉਹ ਕੋਈ 100 ਕਰੋੜ ਵੀ ਕਹਿ ਦੇਵੇ, ਕੋਈ 50 ਕਰੋੜ ਵੀ ਕਹਿ ਦੇਵੇ। ਗੱਲ ਇਹ ਹੈ ਵੀ ਭਾਵੇਂ 1 ਕਰੋੜ ਵੀ ਨਾ ਹੋਵੇ, ਠੀਕ ਹੈ, ਭਾਵੇਂ 100 ਹੋਵੇ, ਗੱਲ ਤਾਂ ਇਹ ਵੀ ਐਕਟ ਕੀ ਹੈਗਾ ਉਸ ਵੱਲ ਇਸ਼ਾਰਾ ਕਰਦਾ ਕਿ ਨਹੀਂ ਕਰਦਾ।
ਐਕਟ ਜਿਹੜਾ ਉਹਦੇ ਵੱਲ ਇਸ਼ਾਰਾ ਕਰਦਾ, ਕੀ ਹੋਇਆ ਉਹਦਾ ਮੈਂ ਤਾਂ ਕੋਈ ਗਵਾਹ ਨਹੀਂ ਹੈਗਾ। ਨਹੀਂ, ਇਹ ਗੱਲ ਬੜੀ ਉੱਡ ਰਹੀ ਹੈ, ਇੱਕ ਰਿਊਮਰ ਬੜਾ ਉੱਡ ਰਿਹਾ ਕਿ 100 ਕਰੋੜ ਰੁਪਇਆ ਟੌਪ ਆਫ ਦਾ ਬਿਊਰੋਕਰੇਟ ਆ ਜਿਹੜਾ ਪੰਜਾਬ ਪੁਲਿਸ ਦਾ। ਸਿੱਧੇ ਸ਼ਬਦਾਂ 'ਚ ਗੱਲ ਪੁੱਛਦਾ, ਉਹਨੇ ਇਸ ਚੀਜ਼ ਦਾ ਉਹਨਾਂ ਨੂੰ ਕਿਹਾ ਕਿ ਤੁਸੀਂ ਰਿਮਾਂਡ ਨਹੀਂ ਲੈਣਾ ਮਜੀਠੀਏ ਦਾ, ਕਿੰਨੀ ਕੁ ਸੱਚਾਈ ਹੈ ਇਹਦੇ 'ਚ? ਕਿ ਬਿਲਕੁਲ ਇਹ ਸੱਚਾਈ ਹੋ ਸਕਦੀ ਹੈ, ਠੀਕ ਹੈ, ਕਿ ਮੈਂ ਕਿੰਨੀ ਕਹਾਂ ਤਾਂ ਮੈਂ ਉਹਦਾ ਪਾਰਟ ਆਊਟ ਪਾਰਸਲ ਹੋਵਾਂ ਤਾਂ ਤੁਹਾਨੂੰ ਮੈਂ ਕਹਿ ਸਕਦਾ। ਮੈਂ ਤੁਹਾਡੀ ਗੱਲ ਦੀ ਤਇਦ ਕਰਦਾ ਕਿ ਇਹ ਗੱਲ ਜਿਹੜੀ ਹੈਗੀ, ਇੱਟ ਜਿਹੜੀ ਹੈਗੀ ਹੈ ਸੁੱਕੀ ਨਹੀਂ ਹੈਗੀ, ਬਿਲਕੁਲ ਗਿੱਲੀ ਹੈਗੀ ਹੈ। ਇਹ 100 ਕਰੋੜ ਦੀਆਂ ਜਿਹੜੀਆਂ ਫਿਗਰਾਂ ਤੁਹਾਡੇ ਮੇਰੇ ਵਾਸਤੇ ਵੱਡੀਆਂ, ਇਹ ਜਿਹੜੇ ਇਹ ਧੰਦੇ ਚੱਲਦੇ ਇਹਨਾਂ ਵਾਸਤੇ 1000 ਕਰੋੜ ਦੀ ਵੀ ਜਿਹੜੀ ਫਿਗਰ ਹੈ ਇਹਦੀ ਚੱਲਦੀ ਹੈ। ਆ ਭਾਰਤ ਭੂਸ਼ਣ ਆਸ਼ੂ ਜਿਹੜਾ ਹੈਗਾ ਲੁਧਿਆਣੇ ਵਾਲਾ, ਉਹਨੇ ਆਫਰ ਕੀਤਾ ਹੁਣ ਮਦਨ ਲਾਲ ਬੱਗੇ ਨੂੰ ਵੀ ਤੂੰ ਆ ਡਿਪਾਰਟਮੈਂਟ ਲੈ ਲਾ ਆਪਣੇ ਫੂਡ ਸਪਲਾਈ ਦਾ, 1000 ਕਰੋੜ ਰੁਪਏ ਮੈਂ ਦੇ ਦਿੰਦਾ। ਤੋ ਸੋ ਇਹ ਕਰੋੜ ਤਾਂ ਆਪਣੇ ਵਾਸਤੇ ਵੱਡੇ ਆ। ਇਹ ਮੰਨਦੇ ਹੋ ਇਹੀ ਵਜ੍ਹਾ ਸੀ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਜੈਡ ਸਿਕਿਉਰਿਟੀ ਦੇ ਦਿੱਤੀ ਗਈ ਮਜੀਠੀਏ ਨੂੰ? ਵਜ੍ਹਾ ਇਹੀ ਰਹੀ ਹੋਊਗੀ, ਹੋਰ ਕੋਈ ਵਜ੍ਹਾ ਤੀਜੀ ਹੋ ਹੀ ਨਹੀਂ ਸਕਦੀ। ਇੱਥੇ ਕੋਈ ਰਿਸ਼ਤੇਦਾਰ ਲੱਗਦਾ ਕਿਸੇ ਦਾ? ਪਾਵਰਾ ਸਾਹਿਬ ਜਿਹੜੇ ਡੀਜੀਪੀ ਲੱਗੇ ਆ, ਇਹਨਾਂ ਦਾ ਅਦਰਵਾਈਜ਼ ਜਿਹੜਾ ਹੈਗਾ ਟੋਟਲ ਜਿਹੜਾ ਸਰਵਿਸ ਰਿਕਾਰਡ ਹੈ ਨਾਰਮਲ ਹੈਗਾ। ਕੋਈ ਇਹ ਤਾਂ ਹੈ ਨਹੀਂ ਕਿ ਇੱਕ ਬਹੁਤ ਵਿਲੱਖਣ ਤੌਰ ਤੇ, ਹਾਲਾਂਕਿ ਵਿਲੱਖਣ ਤਾਂ ਇੱਥੇ ਕੋਈ ਵੀ ਨਹੀਂ ਰਿਹਾ। ਜਿਹੜੇ ਚਲੋ ਇਹਨਾਂ ਨੇ ਅਕਾਲੀ ਸਰਕਾਰ 'ਚ ਕੀਤਾ, ਭਾਵੇਂ ਡੀਜੀ ਉਸ ਵੇਲੇ ਨਹੀਂ ਹੁੰਦੇ ਸੀ। ਜਿਹੜੇ ਡੀਜੀਪੀ ਲੱਗੇ ਰਹੇ ਹੁਣ ਤੱਕ, ਉਹਨਾਂ ਨੇ ਕਿਹੜਾ ਕੋਈ ਬਹੁਤ ਵਧੀਆ ਚੰਦ ਚੜਾਏ ਹੈਗੇ ਆ? ਪੰਜਾਬ ਸਟੇਟ ਦੀ ਬਰਬਾਦੀ ਵਿੱਚ ਤਾਂ ਬਰਾਬਰ ਦਾ ਹਿੱਸੇਦਾਰੀ ਹੈਗੀ ਹੈ। ਉਹਨਾਂ ਹਿੱਸੇਦਾਰੀ ਦਾ ਇਹਨਾਂ ਦੀ ਹੈ ਵੀ ਨਹੀਂ ਹੈ ਪਾਵਰਾ ਸਾਹਿਬ ਦੀ, ਕਿਉਂਕਿ ਮੌਕਾ ਹੀ ਨਹੀਂ ਮਿਲਿਆ ਬਹੁਤ ਇੰਪੋਰਟੈਂਟ ਪੋਸਟਾਂ 'ਤੇ ਕੰਮ ਕਰਨ ਦਾ। ਪਰ ਜਦੋਂ ਕਿਸੇ ਨੂੰ ਮੌਕਾ ਲੱਗਦਾ ਤੇ ਕੁਦਰਤ ਉਹਨੂੰ ਆਪਣਾ ਮੌਕਾ ਦਿੰਦੀ ਹੈ ਕਿਸੇ ਦਾ, ਤੇ ਘੱਟ ਕੌਣ ਕਰਦੇ ਇਹਦੇ ਉੱਤੇ? ਇਸ ਦੇ ਬਾਵਜੂਦ ਮਜੀਠੀਏ ਦਾ ਕਹਿਣਾ ਮੈਨੂੰ ਜੇਲ੍ਹ 'ਚ ਗੈਂਗਸਟਰਾਂ ਤੋਂ ਖਤਰਾ ਹੈਗਾ। ਉਹ ਡਿਫਰੈਂਟ ਚੀਜ਼ ਚੱਲ ਰਹੀ ਹੈ। ਕਿ ਉਹ ਡਰਾਮਾ ਕਹਿ ਸਕਦੇ? ਨਹੀਂ, ਉਹ ਡਰਾਮਾ ਨਹੀਂ ਹੈਗਾ। ਉਹਦੇ ਵਿੱਚ ਜਿਹੜੀ ਹੈਗੀ ਆ, ਉਹ ਹੁਣ ਤੁਹਾਨੂੰ ਮੈਂ ਦੱਸਦਾ ਕਿਉਂਕਿ ਹੈ ਉਹ ਬਾਰਗੇਨਿੰਗ ਚੱਲ ਰਹੀ ਹੈ ਬਹੁਤ ਵੱਡੀ। ਇੱਕ ਤਾਂ ਇਹ ਰਿਮਾਂਡ ਨਾ ਜਿਹੜਾ ਲਿਆ ਜਾਣਾ, ਉਹ ਇੱਕ ਚੀਜ਼ ਦਾ ਮੁੱਢ ਵੱਜ ਗਿਆ। ਉਦੋਂ ਬਾਅਦ ਸਰਕਾਰ ਆ ਗਈ ਤੇ ਡਿਪਾਰਟਮੈਂਟ ਉਹਨਾਂ ਕੋਲ ਆ ਗਿਆ। ਉਹ ਬਿਲਕੁਲ ਉਹ ਜਿਹੜੀਆਂ ਵਾਰਦਾਤਾਂ, ਉਹ ਸੌਰੀ ਜਿਹੜੀਆਂ ਖਬਰਾਂ ਆਈਆਂ ਚੱਕੀਆਂ 'ਚ ਪਾਉਣ ਦੀਆਂ, ਉਹ ਜਸਟ ਬਾਰਗੇਨਿੰਗ ਹੈ। ਪੈਸਾ ਮਤਲਬ ਵੱਡਾ ਉਹਦੇ 'ਚ ਇਨਵੋਲਵ ਹੋਊਗਾ। ਉਹਨਾਂ ਨੂੰ ਤੁਸੀਂ 100 ਕਰੋੜ ਦੀ ਗੱਲ ਕਰਦੇ ਆ, ਇੱਥੇ ਪਤਾ ਨਹੀਂ ਕਿੰਨੇ 100 ਕਰੋੜ ਜਾਂ 1000 ਕਰੋੜ ਲੱਗ ਕੇ। ਫਿਰ ਕਰਪਟ ਅਧਿਕਾਰੀਆਂ 'ਚ ਵੰਡਿਆ ਜਾਏਗਾ ਕਿ ਕੋਈ ਇੱਕ ਦੇ ਕੋਲ ਹੀ ਜਾਏਗਾ? ਨਹੀਂ, ਉਹ ਬੜੀਆਂ ਥਾਵਾਂ ਤੇ ਜਾਊਗਾ। ਪਹਿਲਾਂ ਤਾਂ ਜਿਹੜਾ ਹੈਗਾ ਰਾਘਵ ਚੱਡਾ ਐਂਡ ਕੇਜਰੀਵਾਲ ਕੰਪਨੀ ਹੈ, ਪਹਿਲਾਂ ਪਤਾ ਉਹਨਾਂ ਦਾ ਘਰ ਭਰਿਆ ਜਾਊਗਾ। ਫਿਰ ਜਿਹੜੀਆਂ ਕੋਰਟਾਂ ਨੇ ਫੈਸਲੇ ਕਰਨੇ ਆ, ਹਾਈ ਕੋਰਟ ਪਹੁੰਚਿਆ ਜਾਊ, ਸੁਪਰੀਮ ਕੋਰਟ ਪਹੁੰਚਿਆ ਜਾਊ, ਹਰ ਥਾਂ ਬਕਾਊ ਸਮਾਨ ਬੈਠਾ। ਇੱਥੇ ਕਿਹੜਾ ਕੋਈ ਉਹਦੀ ਗੱਲ ਹੈ ਕਿ ਜਿੱਥੇ ਕੋਈ ਪਹੁੰਚ ਨਹੀਂ ਹੋ ਸਕਦੀ, ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ। ਤਾਂ ਜੇ ਉਹਨਾਂ ਦਾ ਬਾਹਰ ਆਉਣਾ ਇਸ ਸਿਸਟਮ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਉਂਦਾ, ਤਾਂ ਉਹ ਕਲੀਅਰ ਕੱਟ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ 100 ਕਰੋੜ ਦੀ ਗੱਲ ਕਰਦੇ ਤੇ ਹਜ਼ਾਰਾਂ ਕਰੋੜ ਦੇ ਲੈਣ ਦੇਣ ਹੋਣਗੇ। ਰਾਘਵ ਚੱਡਾ ਨੇ ਇਲੈਕਸ਼ਨ ਤੋਂ ਪਹਿਲਾਂ ਕਹਿਤੇ ਸੀ, ਕਹਿੰਦਾ ਮੈਨੂੰ ਪੰਜਾਬ ਦੇ ਇੱਕ IPS ਨੇ ਦੱਸਿਆ ਹੈਗਾ ਕਿ ਮਜੀਠੀਏ ਤੇ ਬਹੁਤ ਹਲਕੀ ਕਾਰਵਾਈ ਹੋਣੀ ਹੈ, ਉਹਨੂੰ ਇੱਕ ਅੱਧਾ ਦਿਨ ਜੁਡੀਸ਼ੀਅਲ ਪਾਇਆ ਜਾਏਗਾ। ਤੇ ਇਸ ਚੀਜ਼ ਦੀ ਡੀਲ ਹੋਈ ਸੀ। ਚੰਨੀ ਖੁਦ ਜਾ ਕੇ ਜਿਹੜਾ ਸਿਸਵਾ ਉਹਨਾਂ ਦਾ ਪੱਲਣਪੁਰ ਰਿਜ਼ੋਰਟ ਹੈ ਸੁਖਬੀਰ ਬਾਦਲ ਦਾ, ਉੱਥੇ ਜਾ ਕੇ ਮਿਲ ਕੇ ਆਇਆ ਸੀ ਉਹਨਾਂ ਇਸ ਮੁੱਦੇ ਤੇ ਕਿ ਤੁਸੀਂ ਕਾਰਵਾਈ ਹਲਕੀ ਕਰਨੀ ਹੈ। ਇਹ ਵੀ ਸੱਚ ਲੱਗਦਾ? ਕਿਉਂ ਨਹੀਂ ਸੱਚ ਹੋਊਗਾ? ਕਿਉਂ ਨਹੀਂ ਕਰਨਗੇ? ਜਿਹੜਾ ਜਦੋਂ ਕਿਸੇ ਤੇ ਮੁਸੀਬਤ ਬਣਦੀ ਤੇ ਪੈਸਾ ਕਾਹਦੇ ਵਾਸਤੇ ਕਮਾਇਆ ਹੋਇਆ ਸੀ? ਹੋਰ ਇਹ ਮਤਲਬ ਕਿਸ ਕੰਮ ਆਉਣਾ ਸਾਡੇ? ਇਸ ਕਰਕੇ ਪੈਸੇ ਦੀ ਕਮੀ ਕੋਈ ਨਹੀਂ ਹੈਗੀ। ਸਾਰੀ ਚੀਜ਼ਾਂ ਰਾਘਵ ਕਹਿੰਦਾ ਸੀ ਮੈਨੂੰ ਇੱਕ IPS ਨੇ ਦੱਸਤਾ ਸੀਗਾ, ਤੇ ਹੁਣ ਤਾਂ ਫਿਰ ਇਹਨਾਂ ਨੂੰ ਸਭ ਕੁਝ ਪਤਾ ਹੈਗਾ, ਤੇ ਹੁਣ ਫਿਰ ਚੰਗੀ ਤਰ੍ਹਾਂ ਠੋਕਣਗੇ। ਨਹੀਂ ਜੀ, ਵੇਖੋ ਹੁਣ ਤਾਂ ਇਹ ਐਕਟ ਜਦੋਂ ਸਾਹਮਣੇ ਆਉਣਗੇ। ਅੱਜ ਜੇ ਅਸੀਂ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਾਂ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ, ਤੇ ਉੱਥੋਂ ਤਾਂ ਨਹੀਂ ਲੱਗਦਾ ਕਿਸੇ ਨੂੰ ਠੋਕਣਗੇ। ਉਹ ਤਾਂ ਇਹ ਲੱਗਦਾ ਵੀ ਜਿਹੜੀ ਪਿੱਛੇ ਮਸ਼ਾਲ ਬਲਦੀ ਹੋਈ ਹੈ, ਉਸ ਮਸ਼ਾਲ ਨੂੰ ਬੜੀ ਚੰਗੀ ਤਰ੍ਹਾਂ ਕੰਟੀਨਿਊ ਕਰਨ ਵੱਲ ਇਸ਼ਾਰੇ ਹੋ ਰਹੇ ਅੱਜ ਤੱਕ ਦੇ ਐਕਟ। ਹੋਰ ਤੇਲ ਪਾਉਣਗੇ ਨੂੰ ਬੁਝਾਉਣਗੇ ਨਹੀਂ ਮਤਲਬ? ਲੱਗਦਾ ਹੈ ਬਦਕਿਸਮਤੀ ਹੋਊਗੀ। ਅਸੀਂ ਤਾਂ ਕਾਮਨਾ ਕਰਦੇ ਹਾਂ ਕਿ ਇਹ ਚੀਜ਼ਾਂ ਨਾ ਹੋਣ, ਪਰ ਹੁਣ ਤੱਕ ਦੀ ਜਿਹੜੀ ਹੈਗੀ ਗੱਲਬਾਤ ਉਹ ਇਸ ਪਾਸੇ ਹੀ ਇਸ਼ਾਰਾ ਕਰਦੀ ਹੈ ਕਿ ਜਿਹੜਾ ਇਹ ਹਾਲਾਤ ਪੰਜਾਬ ਦੇ ਬਣੇ ਹੋਏ ਸੀਗੇ, ਜਿਵੇਂ ਉਮੀਦ ਸੀ ਸਾਨੂੰ ਲੋਕਾਂ ਨੂੰ ਕਿ ਇੱਕ ਬਦਲਾਅ ਆਇਆ ਬਹੁਤ ਵੱਡਾ, ਤੇ ਪੰਜਾਬ ਦੇ ਲੋਕ ਜਿਹੜੇ ਇੱਕ ਹਾਂ ਪੱਖੀ ਉਮੀਦ ਦੇ ਨਾਲ ਦੇਖ ਰਹੇ ਸੀ ਕਿ ਸਮਾਂ ਜਿਹੜਾ ਸ਼ਾਇਦ ਬਦਲਿਆ ਪੰਜਾਬ ਦਾ, ਉਹ ਪਹਿਲੇ 27 ਦਿਨਾਂ ਦੇ ਵਿੱਚ ਤਾਂ ਦਿਖਾਈ ਨਹੀਂ ਦਿੰਦਾ। ਪਰ ਉਮੀਦ ਕਰਦੇ ਹਾਂ ਕਿ ਅਸੀਂ ਝੂਠੇ ਹੋਈਏ ਤੇ ਇਹ ਸੱਚੇ ਹੋਣ ਤੇ ਪੰਜਾਬ ਸਟੇਟ ਦਾ ਭਲਾ ਕਰਨ। ਅਸੀਂ ਕਾਮਨਾ ਵੀ ਕਰਦੇ ਹਾਂ, ਅਸੀਂ ਮਦਦ ਕਰਨ ਨੂੰ ਵੀ, ਅਸੀਂ ਬੋਲਣ ਨੂੰ ਵੀ ਹਰ ਤਰੀਕੇ ਨਾਲ ਤਿਆਰ ਹੈਗੇ ਹਾਂ। ਜੇ ਕੋਈ ਠੀਕ ਕੰਮ ਕਰਦੇ ਆ ਇਹ ਤੇ ਗਲਤ ਹੈ ਕਰਦੇ ਤਾਂ ਗਲਤ ਵੀ ਬੋਲਣ ਨੂੰ ਤਿਆਰ ਹੈਗੇ। ਉਹ ਤਾਂ ਅਸੀਂ ਕੰਮ ਕਰ ਹੀ ਰਹੇ ਹਾਂ। ਮੈਂ ਤਾਂ ਪਿਛਲੇ 4 ਸਾਲ ਤੋਂ ਇਹ ਚੀਜ਼ਾਂ ਕਰ ਰਿਹਾ। ਤਾਂ ਉਮੀਦ ਕਰਦਾ ਕਿ ਸਾਨੂੰ ਇਹ ਦੁਕਾਨਾਂ ਬੰਦ ਕਰਨੀਆਂ ਪੈਣ, ਇਹ ਲੋਕ ਚੰਗੇ ਕੰਮ ਕਰਨ ਤੇ ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰੀਏ। ਇਹ ਪ੍ਰਮਾਤਮਾ ਅੱਗੇ ਦੁਆ ਹੈ। ਇੱਕ ਲਾਸਟ ਸਵਾਲ ਹੈਗਾ, ਜਿਹੜਾ ਇਹ ਗੈਂਗਸਟਰ ਕਲਚਰ ਪੰਜਾਬ ਦੇ ਵਿੱਚ ਆ ਗਿਆ ਸੀ, ਇਹਨਾਂ ਸਿਆਸਤਦਾਨਾਂ ਦੀ ਹੀ ਦੇਣ ਕਹੋਗੇ? ਬਿਲਕੁਲ ਜੀ, ਬਿਲਕੁਲ ਬਾਈ ਪ੍ਰੋਡਕਟ ਹੈ। ਗੈਂਗਸਟਰ ਕੌਣ ਹੈ? ਗੈਂਗਸਟਰ ਤਾਂ ਬੱਚੇ ਹੈ ਸਾਡੇ, ਕੋਈ ਬਗਾਨੇ ਥੋੜਾ ਕਿਤੋਂ ਬਾਹਰ ਲਿਆਂਦੇ ਹੋਏ ਹੈ। ਠੀਕ ਹੈ, ਇਸ ਸਿਸਟਮ ਦਾ ਪਾਰਟ ਨੇ, ਉਹ ਬਣਾਇਆ ਗਿਆ ਉਹਨਾਂ ਨੂੰ ਮਜਬੂਰੀਆਂ ਦੇ ਵਿੱਚ। ਪਨਾਹੀ ਸਰਕਾਰੀ ਤੰਤਰ ਦੀ, ਪੋਲੀਟੀਕਲ ਤੰਤਰ ਦੀ, ਹਰ ਤਰੀਕੇ ਨਾਲ ਪੁਸ਼ਤ ਪਨਾਹੀ ਵੀ ਹੈ। ਲੋੜ ਪੈਣ ਤੇ ਫਿਰ ਦੂਜੀ ਗੋਲੀ ਵੀ ਹੈਗੀ। ਯੂਜ਼ ਐਂਡ ਥਰੋ ਯੂਨੀਵਰਸਲ ਲਾ। ਖਾਸ ਤੌਰ ਤੇ ਜਿਹੜਾ ਡਰੱਗ ਦੇ ਕਾਰਟਲ ਚੱਲਦੇ, ਇਹਨਾਂ ਦੇ ਵਿੱਚ ਤਾਂ ਜਾਨ ਦੀ ਕੀਮਤ ਹੀ ਕੋਈ ਨਹੀਂ ਹੈਗੀ, ਕਿਉਂਕਿ ਬਹੁਤ ਵੱਡੇ ਸਟੇਕ ਇਨਵੋਲਵ ਹੁੰਦੇ, ਹਜ਼ਾਰਾਂ ਕਰੋੜਾਂ ਦੇ ਜਿਹੜੇ ਹੈਗੇ ਪੈਸੇ ਆਉਂਦਾ, ਉਹਦੇ 'ਚ ਹਿਊਮਨ ਜਿਹੜੀ ਲਾਈਫ ਉਹਦੀ ਕੋਈ ਕੀਮਤ ਨਹੀਂ ਹੁੰਦੀ। ਬੜੀ ਬੇਕਰਕੀ ਨਾਲ 1 ਸਕਿੰਟ ਦੇ ਵਿੱਚ ਮਾਰ ਕੇ ਪਰਾਂ ਕਰਦੇ ਆ। ਤਾਂ ਜੀ ਉਹੀ ਚੀਜ਼ਾਂ ਚੱਲਦੀਆਂ ਆਪਣੇ ਘੱਟ ਹੈ, ਅਜੇ ਤਾਂ ਆਪਣੇ ਪੰਜਾਬ ਦੇ ਵਿੱਚ ਉਹ ਹਾਲਾਤ ਨਹੀਂ ਹੈਗੇ ਜਿਹੜੇ ਬਾਹਰਲੀਆਂ ਸਟੇਟਾਂ ਵਿੱਚ ਹੈਗੇ। ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੇ ਲਈ ਤੁਹਾਨੂੰ ਚਿੰਤਾ ਹੈਗੀ ਹੈ, ਤੇ ਜੇ ਇਹੋ ਜਿਹੀ ਚੀਜ਼ ਦਾ ਕੋਈ ਪੁਖਤਾ ਸਬੂਤ ਤੁਹਾਡੇ ਕੋਲ ਆ ਜਾਂਦਾ ਹੈਗਾ, ਜਿਵੇਂ ਕਿ ਸਿਧਾਰਥ ਚਟੋਪਾਧਿਆਏ DGC, ਉਹਨਾਂ ਦੀ ਇੱਕ ਰਿਕਾਰਡਿੰਗ ਬੜੀ ਵਾਇਰਲ ਹੋ ਗਈ ਸੀ, KGF ਦੇ ਮਿਲੀਟੈਂਟ ਨਾਲ ਮਿਲ ਕੇ ਕਿਸੇ ਨਸ਼ਾ ਤਸਕਰ ਦੇ PO ਨਾਲ ਮਿਲ ਕੇ ਜੋ ਉਹਨਾਂ ਨੇ ਸਭ ਮੈਨੇਜ ਕਰਨਾ ਸੀਗਾ, ਜੇ ਇੱਦਾਂ ਦਾ ਕੋਈ ਪੁਖਤਾ ਸਬੂਤ ਜਿਸ ਅਧਿਕਾਰੀ ਵੱਲ ਇਸ਼ਾਰਾ ਹੋ ਰਿਹਾ ਨਸ਼ਾ 100 ਕਰੋੜ ਲਿਆ ਹੋਏਗਾ, ਮਜੀਠੀਆ ਨੂੰ ਰਿਮਾਂਡ ਨਾ ਦੇਣ ਦਾ ਆ ਜਾਂਦੇ ਆ, ਤੁਸੀਂ ਕੁਝ ਨੂੰ ਪਬਲਿਕ ਪਲੇਟਫਾਰਮ ਤੇ ਲੈ ਕੇ ਆਉਂਗੇ? ਮੇਰਾ ਤਾਂ ਧੰਦਾ ਹੀ ਹੈ ਜੀ, ਹੋਰ ਤਾਂ ਕੰਮ ਹੀ ਕੋਈ ਨਹੀਂ ਹੈਗਾ। ਹਾਂ, ਜੇ ਪਬਲਿਕ ਪਲੇਟਫਾਰਮ ਅਵੇਲੇਬਲ ਹੋਊਗਾ
ਮੈਂ ਤਾਂ ਗਲਤੀ ਨਾਲ ਬਾਈ ਡਿਫਾਲਟ ਇਸ ਰਸਤੇ ਤੁਰਿਆ ਹੋਇਆ। ਜੇ ਸਾਹਮਣੇ ਆਊਗੀ ਗੱਲ ਪੁਖਤਾ ਹੋਊਗੀ ਤਾਂ ਪੁਖਤਾ ਕਰਾਂਗੇ, ਜਿੰਨੀ ਆਈ ਹੈ ਉਨੀ ਤੁਹਾਨੂੰ ਦੱਸ ਦਿੱਤੀ ਹੈ। ਇੱਟ ਜਿਹੜੀ ਹੈਗੀ ਹੈ ਇਹ ਮਤਲਬ ਸੁੱਕੀ ਨਹੀਂ ਹੈਗੀ, ਕੁਝ ਡਿੱਗੀ ਤਾਂ ਗਿੱਲੀ ਹੈਗੀ ਹੈ। ਕਿੰਨੀ ਹੈ, ਕਿੰਨੀ ਭਾਰੀ ਹੈ, ਇਹ ਜੇ ਸਮਾਂ ਆਊਗਾ ਕੋਈ ਜਾਣਕਾਰੀ ਹੋਊਗੀ ਬਿਲਕੁਲ ਸ਼ੇਅਰ ਕਰੂੰਗਾ। ਆਪਾਂ ਤਾਂ ਕੰਮ ਹੀ ਇਹ ਕਰਦੇ ਹਾਂ ਜੀ। ਸੋ ਬਲਵਿੰਦਰ ਸੇਖੋਂ ਉਹਨਾਂ ਨੇ ਸਾਫ਼ ਕੀਤਾ ਹੈਗਾ ਕਿ ਮਜੀਠੀਆ ਜਿਹੜੇ ਅੱਜ ਕੱਲ੍ਹ ਜੇਲ੍ਹ ਦੇ ਵਿੱਚ ਹੈਗੇ ਨੇ, ਕਿਤੇ ਨਾ ਕਿਤੇ ਰਕਮ ਵੀ ਉੱਡ ਰਹੀ ਹੈ ਕਿ 100 ਕਰੋੜ ਦੇ ਕਰੀਬ ਇੱਕ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਇਸ ਗੱਲ ਦਾ ਸਿਰਫ ਲਿੱਤਾ ਹੈਗਾ ਟੌਪ ਆਫ ਦਾ ਬਿਊਰੋਕਰੇਟ ਹੈ ਪੰਜਾਬ ਪੁਲਿਸ ਦਾ ਕਿ ਵਿਕਰਮ ਮਜੀਠੀਆ ਦਾ ਪੁਲਿਸ ਰਿਮਾਂਡ ਨਹੀਂ ਹੋਣਾ ਚਾਹੀਦਾ। ਔਰ ਉਹਨਾਂ ਨੂੰ ਇਹ ਗੱਲ ਕਿਸੇ ਹੋਰ ਨੇ ਨਹੀਂ, ਸਗੋਂ ਇੱਕ ਡੀਜੀ ਲੈਵਲ ਦੇ ਅਧਿਕਾਰੀ ਨੇ ਹੀ ਦੱਸੀ ਹੈਗੀ ਹੈ। ਤੇ ਬਕਾਇਦਾ ਉਹ ਇਸ ਕੋਸ਼ਿਸ਼ ਦੇ ਵਿੱਚ ਵੀ ਲੱਗੇ ਹੋਏ ਨੇ ਕਿ ਉਹਨਾਂ ਦੇ ਕੋਈ ਸਬੂਤ ਹੋਣ ਤੇ ਇਸ ਦੇ ਬਾਰੇ ਹੋਰ ਖੁਲਾਸੇ ਜਿਹੜੇ ਹੈਗੇ ਆ ਪੰਜਾਬ ਦੇ ਸਾਹਮਣੇ ਉਹ ਕਰ ਸਕਣ। ਵਿਜੇ ਪ੍ਰਦੀਪ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਚੰਡੀਗੜ੍ਹ।